ਪਹਿਲੀ ਸੰਸਾਰ ਜੰਗ ਸਮੇਂ ਅੰਗਰੇਜ਼ਾਂ ਨੂੰ ਆਪਣੀ ਫੌਜ ਹਿੰਦੁਸਤਾਨ ਤੋਂ ਬਾਹਰ ਭੇਜਣੀ ਪਈ ਸੀ। ਇਸ ਕਾਰਨ ਕਿਤੇ ਭਾਰਤ ਤੇ ਆਪਣੀ ਪਕੜ ਢਿੱਲੀ ਨਾ ਹੋ ਜਾਵੇ। ਇਸ ਲਈ ਹੁਣ ਅੰਗਰੇਜ਼ਾਂ ਕੋਲ ਦੋ ਹੀ ਰਸਤੇ ਸਨ ਕਿ ਭਾਰਤੀਆਂ ਨੂੰ ਦਬਾਉਣ ਲਈ ਨਵਾਂ ਕਾਨੂੰਨ ਲਿਆਇਆ ਜਾਏ ਜਾਂ ਡਿਫੈਂਸ ਆਫ ਇੰਡੀਆ ਐਕਟ ਵਿੱਚ ਸੋਧ ਕਰਕੇ ਇਸ ਨੂੰ ਦੁਬਾਰਾ ਲਾਗੂ ਕੀਤਾ ਜਾਵੇ। ਸਰਕਾਰ ਨੇ ਦੂਸਰਾ ਰਾਹ ਅਪਣਾਇਆ। ਭਾਰਤੀ ਲੋਕ ਬ੍ਰਿਟਿਸ਼ ਸ਼ਾਸਨ ਤੋਂ ਬਹੁਤ ਅਸੰਤੁਸ਼ਟ ਹੋ ਗਏ। ਇਸ ਕਾਰਨ ਅੰਗਰੇਜ਼ਾਂ ਵਿਰੁੱਧ ਇਨਕਲਾਬੀਆਂ ਦਾ ਪ੍ਰਭਾਵ ਵਧਣਾ ਸੁਭਾਵਕ ਸੀ। ਸਰਕਾਰ ਨੂੰ ਵੀ ਇਹ ਡਰ ਸੀ। ਇਸ ਲਈ ਸਰ ਸਿਡਨੀ ਰੋਲੇਟ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦੇਸ਼ ਦਰੋਹ ਕਮੇਟੀ ਨਿਯੁਕਤ ਕੀਤੀ। 1918 ਵਿੱਚ ਪ੍ਰਕਾਸ਼ਿਤ ਹੋਈ ਰੋਲੇਟ ਕਮੇਟੀ ਦੀ ਰਿਪੋਰਟ 'ਚ ਭਾਰਤੀ ਦੇਸ਼ ਭਗਤਾਂ ਦੀ ਤੁਲਨਾ ਡਾਕੂਆਂ, ਕਾਤਲਾਂ ਅਤੇ ਲੁਟੇਰਿਆਂ ਨਾਲ ਕੀਤੀ ਗਈ। ਇਸ ਵਿੱਚ ਕਿਸੇ ਨੂੰ ਵੀ ਰਾਸ਼ਟਰਵਾਦੀ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਸ਼ੱਕ ਤੇ ਬਿਨਾਂ ਵਾਰੰਟ ਜਾਂ ਕੋਈ ਕਾਰਨ ਦੱਸੇ ਗ੍ਰਿਫਤਾਰ ਕਰਕੇ ਵਿਅਕਤੀ ਨੂੰ ਅੰਡੇਮਾਨ ਭੇਜਿਆ ਜਾ ਸਕਦਾ ਸੀ ਜਾਂ ਕਿਤੇ ਵੀ 1 ਸਾਲ ਤੱਕ ਕੈਦ ਰੱਖਿਆ ਜਾ ਸਕਦਾ ਸੀ ਜਾਂ ਫਾਂਸੀ ਦਿੱਤੀ ਜਾ ਸਕਦੀ ਸੀ। ਇਸ ਦੇ ਵਿਰੁੱਧ ਨਾ ਕੋਈ ਅਪੀਲ ਹੋ ਸਕਦੀ ਸੀ ਅਤੇ ਨਾ ਹੀ ਜਿਊਰੀ ਵੱਲੋਂ ਇਹਨਾਂ ਦੀ ਵਕਾਲਤ ਕੀਤੀ ਜਾ ਸਕਦੀ ਸੀ। ਜਨਵਰੀ 1919 ਵਿੱਚ ਮਦਨ ਮੋਹਨ ਮਾਲਵੀਆ ਕੇਂਦਰੀ ਵਿਧਾਨ ਸਭਾ 'ਚ ਕਰੀਬ 6.5 ਘੰਟੇ ਤੱਕ ਵਿਰੋਧ 'ਚ ਬੋਲੇ ਅਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਸਾਰੇ ਭਾਰਤੀ ਮੈਂਬਰਾਂ ਨੇ ਇੱਕ ਹੋ ਕੇ ਕਿਸੇ ਐਕਟ ਦੇ ਖਿਲਾਫ ਵੋਟ ਪਾਈ ਸੀ। ਫਿਰ ਵੀ ਅੰਤ ਵਿੱਚ ਰੋਲਟ ਕਮਿਸ਼ਨ ਦੁਆਰਾ ਦਿੱਤੀ ਗਈ ਰਿਪੋਰਟ ਦੇ ਆਧਾਰ ਤੇ 18 ਮਾਰਚ 1919 ਈਸਵੀ ਨੂੰ ਰੋਲੇਟ ਬਿੱਲ ਨੂੰ 20 ਵੋਟਾਂ ਦੇ ਮੁਕਾਬਲੇ 35 ਵੋਟਾਂ ਨਾਲ ਪਾਸ ਕੀਤਾ ਗਿਆ। ਸਰਕਾਰ ਦੀ ਦਮਨ ਨੀਤੀ ਅਤੇ ਰੋਲਟ ਐਕਟ ਨੇ ਗਾਂਧੀ ਨੂੰ ਵਫਾਦਾਰ ਤੋਂ ਬਾਗੀ ਬਣਾ ਦਿੱਤਾ। ਉਹਨਾਂ ਫੈਸਲਾ ਕੀਤਾ ਕਿ ਰੋਲਟ ਐਕਟ ਦੀਆਂ ਧਾਰਾਵਾਂ ਦੇ ਖਿਲਾਫ ਜਨਤਕ ਹੜਤਾਲ ਅਤੇ ਅਸਹਿਯੋਗ ਅੰਦੋਲਨ ਨਾਲ ਸੱਤਿਆਗ੍ਰਹਿ ਸ਼ੁਰੂ ਕੀਤਾ ਜਾਵੇਗਾ। ਪਰ ਇਸ ਦੇ ਬਾਵਜੂਦ ਲੋਕਾਂ ਨੇ ਵਿਰੋਧ ਹਿੰਸਾ ਦਾ ਰਾਹ ਅਪਣਾਇਆ, ਜਿਸ ਕਾਰਨ ਗਾਂਧੀ ਜੀ ਬਹੁਤ ਦੁਖੀ ਸਨ। ਗਾਂਧੀ ਜੀ ਨੇ ਹਿੰਸਾ ਕਾਰਨ ਅੰਦੋਲਨ ਦੀ ਸ਼ੁਰੂਆਤ ਨੂੰ ਆਪਣੀ ਭਿਆਨਕ ਗਲਤੀ ਮੰਨ ਲਿਆ। ਹਿੰਸਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਇਸ ਲਈ ਹਿੰਸਾ ਦੇ ਵੱਧਦੇ ਰੁਝਾਨ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਨੇ ਅੰਦੋਲਨ ਨੂੰ ਮੁਅੱਤਲ ਕਰ ਦਿੱਤਾ। ਪੰਜਾਬ ਦਾ ਮਾਹੌਲ ਤਣਾਅਪੂਰਨ ਬਣਿਆ ਰਿਹਾ। ਸੱਤਿਆਗ੍ਰਹਿ ਅਤੇ ਅਸਹਿਯੋਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਕਈ ਸੂਬਿਆਂ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਸਨ। ਇਸ ਸੱਤਿਆਗ੍ਰਹਿ ਨੂੰ ਲਿਬਰਲ ਪਾਰਟੀ ਨੂੰ ਛੱਡ ਕੇ ਸਾਰਿਆਂ ਨੇ ਸਮਰਥਨ ਦਿੱਤਾ ਸੀ। ਸੱਤਿਆਗ੍ਰਹਿ ਦੀ ਮਿਤੀ 30 ਮਾਰਚ 1919 ਨਿਸ਼ਚਿਤ ਕੀਤੀ ਗਈ। 1919 ਤੋਂ ਪਹਿਲਾਂ ਵੀ ਅੰਮ੍ਰਿਤਸਰ ਸਿਆਸੀ ਸਰਗਰਮੀਆਂ ਦਾ ਇੱਕ ਸਰਗਰਮ ਕੇਂਦਰ ਬਣਨਾ ਸ਼ੁਰੂ ਹੋ ਗਿਆ ਸੀ। ਇਹਨਾਂ ਵਿੱਚ ਵਕੀਲ ਅਤੇ ਜਗੀਰਦਾਰ ਬਾਬੂ ਕਨਈਆ ਲਾਲ ਭਾਟੀਆ, ਮੈਡੀਕਲ ਪ੍ਰੈਕਟੀਸ਼ਨਰ ਡਾਕਟਰ ਸਤਿਆਪਾਲ, ਬਾਰ ਐਟ ਲਾਅ ਡਾਕਟਰ ਸੈਫੂਦੀਨ ਕਿਚਲੂ, ਬਦਰੂਲ ਇਸਲਾਮ ਖਾਨ, ਫੈਕਟਰੀ ਕਾਰੋਬਾਰੀ ਪੰਡਤ ਕੋਟੂਮਲ ਦੇ ਨਾਲ ਖਵਾਜਾ ਯਾਸੀਨ, ਰਤਨ ਚੰਦ ਉਰਫ ਰੱਤੋ, ਸਵਾਮੀ ਸਤਿਆਦੇਵ ਅਤੇ ਚੌਧਰੀ ਬੁੱਗਾ ਮੱਲ ਸ਼ਾਮਲ ਸਨ। 29 ਫਰਵਰੀ ਨੂੰ ਰੋਲਟ ਐਕਟ ਦੇ ਖਿਲਾਫ ਵੰਦੇ ਮਾਤਰਮ ਹਾਲ ਵਿੱਚ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਲਾਲਾ ਕਨਈਆ ਲਾਲ ਨੇ ਕੀਤੀ। ਪੰਜਾਬ ਦੇ ਬਦਲਦੇ ਸੁਭਾਅ ਨੂੰ ਲੈ ਕੇ ਸਰਕਾਰ ਵੀ ਸੁਚੇਤ ਸੀ। ਡਾਕਟਰ ਸਤਿਆਪਾਲ ਦੇ ਵੱਧਦੇ ਸਿਆਸੀ ਪ੍ਰਭਾਵ ਕਾਰਨ 24 ਮਾਰਚ ਨੂੰ ਸਵੇਰੇ 11 ਵਜੇ ਡਿਫੈਂਸ ਆਫ ਇੰਡੀਆ ਐਕਟ ਤਹਿਤ ਉਨ੍ਹਾਂ ਤੇ ਜਨਤਕ ਮੀਟਿੰਗ ਵਿੱਚ ਭਾਸ਼ਣ ਦੇਣ ਤੇ ਪਾਬੰਦੀ ਲਗਾ ਦਿੱਤੀ ਗਈ। ਪਰ ਲੋਕਾਂ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕੀਤੀ। 29 ਮਾਰਚ ਨੂੰ ਸ਼ਾਮ 4:30 ਵਜੇ ਜਲਿਆਂਵਾਲਾ ਬਾਗ ਵਿਖੇ ਮੀਟਿੰਗ ਕੀਤੀ ਗਈ। ਡਾਕਟਰ ਕਿਚਲੂ, ਸਤਿਆਪਾਲ ਅਤੇ ਹੋਰਾਂ ਨੇ
ਇੱਕ ਗੁਪਤ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਹੜਤਾਲ ਨਿਰਧਾਰਤ ਮਿਤੀ 6 ਅਪ੍ਰੈਲ ਨੂੰ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਕਲੌਕ ਟਾਵਰ ਤੇ ਇਸ਼ਤਿਹਾਰ ਲਗਾ ਦਿੱਤਾ ਗਿਆ ਕਿ ਰੋਲਟ ਐਕਟ ਨੂੰ ਵਾਪਸ ਲੈਣ ਤੱਕ ਹੜਤਾਲ ਖਤਮ ਨਹੀਂ ਹੋਵੇਗੀ। ਪੰਜਾਬ ਵਿੱਚ ਰੋਜ਼ ਮੁਜ਼ਾਹਰੇ ਕਰਨ ਵਾਲਿਆਂ ਵਿੱਚ ਡਾਕਟਰ ਸਤਿਆਪਾਲ, ਸੈਫੂਦੀਨ ਕਿਚਲੂ, ਡਾਕਟਰ ਮੁਹੰਮਦ ਬਸ਼ੀਰ, ਮਹਾਸ਼य ਰਤਨ ਚੰਦ, ਚੌਧਰੀ ਬੁੱਗਾ ਮੱਲ, ਸਰਦਾਰ ਗੁਰਦਿਆਲ ਸਿੰਘ ਸਲਾਰੀਆ, ਲਾਲਾ ਗਿਰਦਾਰੀ ਲਾਲ, स्वामी अनुभवानंद, पंडित कोटूमल, पंडित दीनानाथ, डॉक्टर गुरबख्श राय ਅਤੇ ਨਾਰਾਇਣ ਦਾਸ ਖੰਨਾ ਆਦि ਪ੍ਰਮੁੱਖ ਆਗੂ ਸਨ। ਇਨ੍ਹਾਂ ਵਿੱਚੋਂ ਡਾਕਟਰ ਸਤਿਆਪਾਲ ਅਤੇ ਕਿਚਲੂ ਤੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਲਈ ਯੋਗ ਅਗਵਾਈ ਦੇਣ ਦੀ ਜ਼ਿੰਮੇਦਾਰੀ ਸੀ। 30 ਮਾਰਚ ਤੋਂ 6 ਅਪ੍ਰੈਲ ਤੱਕ ਭਾਰਤ ਵਿੱਚ ਰੋਲਟ ਐਕਟ ਵਿਰੋਧੀ ਸਾਰੀਆਂ ਹੜਤਾਲਾਂ ਵਿੱਚੋਂ 1/3 ਇਕੱਲੇ ਪੰਜਾਬ ਵਿੱਚ ਹੋਈਆਂ। 10 ਅਪ੍ਰੈਲ 1919 ਨੂੰ ਰੋਲਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਦੀ ਸਫਲਤਾ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਦੋਵੇਂ ਮਹੱਤਵਪੂਰਨ ਨੇਤਾਵਾਂ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕਰਦਿਆਂ ਸਵੇਰੇ 10:30 ਵਜੇ ਗ੍ਰਿਫਤਾਰ ਕਰ ਲਿਆ ਅਤੇ ਜ਼ਬਰਦਸਤੀ ਇੱਕ ਕਾਰ ਵਿੱਚ ਬਿਠਾ ਕੇ ਧਰਮਸ਼ਾਲਾ ਵਿੱਚ ਨਜ਼ਰਬੰਦ ਕਰ ਦਿੱਤਾ। ਗ੍ਰਿਫਤਾਰੀ ਦੇ ਵਿਰੋਧ 'ਚ ਅੰਮ੍ਰਿਤਸਰ ਵਾਸੀਆਂ ਨੇ ਨੰਗੇ ਪੈਰਾਂ ਅਤੇ ਬਿਨਾਂ ਟੋਪੀ ਦੇ ਚੱਲਦੇ ਹੋਏ ਜਲੂਸ ਦੇ ਰੂਪ 'ਚ ਆਗੂਆਂ ਦੀ ਰਿਹਾਈ ਲਈ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭੀੜ ਤੇ ਸੈਨਿਕਾਂ 'ਚ ਹੋਈ ਗਰਮਾ ਗਰਮੀ ਦੌਰਾਨ ਅੰਗਰੇਜ਼ ਅਫਸਰ ਪਲੋਮਰ ਦੇ ਹੁਕਮਾਂ ਤੇ ਹੋਈ ਫਾਇਰਿੰਗ ਨੇ ਮਾਹੌਲ ਖਰਾਬ ਕਰ ਦਿੱਤਾ। ਇਸ ਕਾਰਨ ਲੋਕ ਗੁੱਸੇ 'ਚ ਆ ਗਏ ਅਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਬਦਲੇ ਵਿੱਚ ਪੁਲਿਸ ਨੇ ਵੀ ਵਹਿਸ਼ੀ ਢੰਗ ਨਾਲ ਗੋਲੀ ਚਲਾ ਦਿੱਤੀ, ਜਿਸ ਵਿੱਚ 8 ਤੋਂ 20 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਲਿਆਂਵਾਲੇ ਬਾਗ ਦੀ ਘਟਨਾ ਦੀ ਤਫਤੀਸ਼ ਲਈ ਬਣਾਈ ਗਈ ਹੰਟਰ ਕਮੇਟੀ ਦੇ ਅਨੁਸਾਰ ਭੀੜ ਕੋਲ ਲੜਨ ਲਈ ਕੋਈ ਲਾਠੀਆਂ ਜਾਂ ਹੋਰ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਅੰਦੋਲਨਕਾਰੀਆਂ ਨੇ ਰਸਤੇ ਵਿੱਚ ਕਿਸੇ ਯੂਰੋਪੀਅਨ ਕੁੜੀ ਜਾਂ ਔਰਤ ਨਾਲ ਛੇੜਛਾੜ ਕੀਤੀ ਸੀ। ਘਟਨਾ ਦੇ ਬਦਲੇ ਸੰਬੰਧਿਤ ਲੋਕਾਂ ਉੱਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ ਅਤੇ ਕਈ ਭਿਆਨਕ ਸਜ਼ਾਵਾਂ ਦਿੱਤੀਆਂ ਗਈਆਂ। ਅੰਗਰੇਜ਼ਾਂ ਤੋਂ ਅੰਮ੍ਰਿਤਸਰ ਦਾ ਕਹਿਰ ਵਾਲਾ ਮਾਹੌਲ ਸੰਭਾਲਿਆ ਨਹੀਂ ਜਾ ਰਿਹਾ ਸੀ। ਇਸ ਲਈ 11 ਅਪ੍ਰੈਲ ਨੂੰ ਦਿਨ ਦੇ 2 ਵਜੇ ਸ਼ਹਿਰ ਦਾ ਪ੍ਰਬੰਧ ਜਲੰਧਰ 45 ਛਾਉਣੀ ਦੇ ਫੌਜੀ ਅਫਸਰ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ। ਉਹ 200 ਦੀ ਬਜਾਏ 300 ਸਿਪਾਹੀ ਆਪਣੇ ਨਾਲ ਲੈ ਕੇ ਆਇਆ। ਜਨਰਲ ਡਾਇਰ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਫੌਜੀ ਕਾਨੂੰਨ ਲਾਗੂ ਕਰ ਦਿੱਤਾ ਗਿਆ। 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਵਿਖੇ ਕਈ ਕਾਰਨਾਂ ਕਰਕੇ ਵਿਸ਼ੇਸ਼ ਭੀੜ ਸੀ। 13 ਅਪ੍ਰੈਲ ਵਿਸਾਖੀ ਤੇ ਹਿੰਦੂ ਨਵੇਂ ਸਾਲ, ਖਾਲਸਾ ਪੰਥ ਦੀ ਸਥਾਪਨਾ ਦਿਵਸ ਕਰਕੇ ਲੋਕਾਂ ਦਾ ਸ਼੍ਰੀ ਹਰਿਮੰਦਰ ਸਾਹਿਬ ਆਉਣਾ, ਅੰਮ੍ਰਿਤਸਰ ਵਿੱਚ 9 ਅਪ੍ਰੈਲ ਨੂੰ ਰਾਮ ਨਵਮੀ ਦੇ ਲੱਗੇ ਮੇਲੇ ਅਤੇ ਅੰਮ੍ਰਿਤਸਰ ਦੇ ਪਸ਼ੂ ਮੇਲੇ ਕਾਰਨ ਬਾਗ ਵਿੱਚ ਇਸ ਸੰਬੰਧੀ ਲੋਕਾਂ ਦੀ ਭੀੜ ਸੀ। ਇਸ ਤੋਂ ਇਲਾਵਾ ਆਲੇ ਦੁਆਲੇ ਦੀਆਂ ਔਰਤਾਂ ਸ਼ਾਮ ਨੂੰ ਬਾਗ ਵਿੱਚ ਬੈਠ ਜਾਂਦੀਆਂ ਸਨ। ਉਹਨਾਂ ਦੇ ਬੱਚੇ ਵੀ ਗੋਦ ਵਿੱਚ ਸਨ। ਕੁਝ ਅੱਲੜ ਅਤੇ ਵੱਡੀ ਉਮਰ ਦੇ ਬੱਚੇ ਵੀ ਖੇਡਦੇ ਸਨ। ਤਾਸ਼ ਦੇ ਖਿਡਾਰੀ ਤਾਸ਼ ਖੇਡ ਰਹੇ ਸਨ ਅਤੇ ਕੁਝ ਲੋਕ ਸੁੱਤੇ ਪਏ ਸਨ। ਇੱਕ ਬੱਚਾ ਉਦਮ ਸਿੰਘ ਅਤੇ ਸਾਧੂ ਸਿੰਘ ਦੌੜ ਕੇ ਇਹਨਾਂ ਲੋਕਾਂ ਨੂੰ ਪਾਣੀ ਪਿਲਾ ਰਹੇ ਸਨ। ਇਹ ਲੋਕੀ ਵਿਸਾਖੀ, ਰਾਮਨਵਮੀ ਅਤੇ ਪਸ਼ੂ ਮੇਲੇ ਕਰਕੇ ਜਲਿਆਂਵਾਲੇ ਬਾਗ ਵਿੱਚ ਆਏ ਹੋਏ ਸਨ। ਇਹਨਾਂ ਵਿਅਕਤੀਆਂ ਦਾ ਸਭਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਨਾ ਹੀ ਉਹਨਾਂ ਨੂੰ ਜਨਰਲ ਡਾਇਰ ਦੇ ਇਰਾਦੇ ਬਾਰੇ ਕੁਝ ਭਣਕ ਸੀ। ਲੋਕ ਉਸੇ ਥਾਂ ਤੇ ਮੀਟਿੰਗ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ। ਬਦਲਾ ਲੈਣ ਦੀ ਭਾਵਨਾ ਮਨ ਵਿੱਚ ਹੋਣ ਕਰਕੇ ਜਨਰਲ ਡਾਇਰ ਜਾਂ ਹੋਰ ਅਫਸਰਾਂ ਨੇ ਇਸ ਮੀਟਿੰਗ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਕੀਤਾ। ਡਾਕਟਰ ਹਰੀਰਾਮ ਗੁਪਤਾ ਵਰਗੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਮੀਟਿੰਗ ਦੀ ਵਿਉਂਤਬੰਦੀ ਅਤੇ ਤਿਆਰੀ ਅੰਗਰੇਜ਼ਾਂ ਨੇ ਖੁਦ ਕੀਤੀ ਸੀ। ਜੇਕਰ ਡਾਇਰ ਚਾਹੁੰਦਾ ਤਾਂ ਉਹ ਕਿਸੇ ਹੋਰ ਤਰੀਕੇ ਨਾਲ ਸ਼ਹਿਰ ਵਿੱਚ ਅਮਨ ਕਾਨੂੰਨ ਕਾਇਮ ਰੱਖ ਸਕਦਾ ਸੀ।
ਮੀਟਿੰਗ ਅਜੇ ਰਸਮੀ ਤੌਰ ਤੇ ਸ਼ੁਰੂ ਹੀ ਹੋਈ ਸੀ ਕਿ ਜਨਰਲ ਡਾਇਰ ਆਪਣੇ ਲਸ਼ਕਰ ਸਮੇਤ ਸ਼ਾਮ 5 ਤੋਂ ਸਵਾ 5 ਦੇ ਦਰਮਿਆਨ ਬਾਗ ਪਹੁੰਚ ਗਿਆ। ਉਹਨਾਂ ਦੇ ਪਿੱਛੇ 2 ਬਖਤਰਬੰਦ ਗੱਡੀਆਂ ਸਨ। ਜਨਰਲ ਡਾਇਰ ਨੇ ਲੋਕਾਂ ਨੂੰ 3 ਮਿੰਟਾਂ ਵਿੱਚ ਬਾਗ ਛੱਡਣ ਦਾ ਹੁਕਮ ਦਿੱਤਾ। ਅਸੂਲੀ ਤੌਰ ਤੇ ਪਹਿਲਾਂ ਹਵਾਈ ਫਾਇਰ ਕੀਤਾ ਜਾਂਦਾ ਹੈ, ਫਿਰ ਜ਼ਮੀਨ ਤੇ ਗੋਲੀਬਾਰੀ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਭੀੜ ਘੱਟ ਹੋਵੇ। ਪਰ ਜਨਰਲ ਡਾਇਰ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ੁਰੂ ਤੋਂ ਹੀ ਭੀੜ ਵਾਲੀ ਜਗ੍ਹਾ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਖੂਨ ਨਾਲ ਲੱਥਪੱਥ ਲੋਕ ਜ਼ਮੀਨ ਉੱਤੇ ਡਿੱਗਣ ਲੱਗੇ। ਭਗਦੜ ਮਚ ਗਈ। ਸਿਪਾਹੀ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਰਹੇ ਸਨ। ਲਗਭਗ 10 ਮਿੰਟ ਤੱਕ ਗੋਲੀਆਂ ਚੱਲਦੀਆਂ ਰਹੀਆਂ। ਜਿੱਥੇ ਭੀੜ ਜ਼ਿਆਦਾ ਸੀ ਉਸ ਥਾਂ ਉੱਤੇ ਹੋਰ ਗੋਲੀਆਂ ਚਲਾਈਆਂ ਗਈਆਂ। ਲੋਕਾਂ ਲਈ ਬਾਗ ਵਿੱਚੋਂ ਨਿਕਲਣਾ ਮੁਸ਼ਕਲ ਸੀ। ਕਈ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਨੇੜਲੇ ਖੂਹ ਵਿੱਚ ਛਾਲ ਮਾਰ ਦਿੱਤੀ। ਇਹਨਾਂ ਵਿੱਚ ਜ਼ਿਆਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਸਨ। ਜਿਨ੍ਹਾਂ ਲੋਕਾਂ ਨੇ ਦਰੱਖਤਾਂ ਜਾਂ ਆਲੇ ਦੁਆਲੇ ਦੀਆਂ ਕੰਧਾਂ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ ਗਿਆ। ਬਹੁਤ ਸਾਰੇ ਜ਼ਖਮੀ ਲੋਕ ਜੋ ਬਾਗ ਦੀ ਕੰਧ ਤੇ ਚੜ੍ਹ ਕੇ ਬਚ ਗਏ ਸਨ, ਉਹ ਗਲੀਆਂ ਵਿੱਚ ਪਹੁੰਚਦੇ ਸਾਰ ਹੀ ਮਰ ਗਏ। ਸੁਲਤਾਨ ਸਿੰਘ ਪੌਂਡ ਵਾਲੇ ਦਰਵਾਜ਼ੇ ਦੇ ਅੱਗੇ ਵਾਲੀ ਗਲੀ ਵਿੱਚ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀ। ਪੰਜਾਬ ਦੇ ਮੁੱਖ ਸਕੱਤਰ JP ਥਾਮਸਨ 14 ਅਪ੍ਰੈਲ ਨੂੰ ਆਪਣੀ ਡਾਇਰੀ ਵਿੱਚ ਲਿਖਦਾ ਹੈ, ਸਿਪਾਹੀਆਂ ਨੇ ਭੱਜਦੇ ਲੋਕਾਂ ਨੂੰ ਖਰਗੋਸ਼ਾਂ ਵਾਂਗ ਮਾਰ ਦਿੱਤਾ। ਕਰਫਿਊ ਲਾਗੂ ਹੋਣ ਕਰਕੇ ਜ਼ਖਮੀ ਪਾਣੀ ਦੀ ਹਰ ਬੂੰਦ ਨੂੰ ਤਰਸਦੇ ਹੋਏ ਮਰ ਗਏ ਅਤੇ ਜਿਉਂਦੇ ਬਚੇ ਹੋਏ ਲੋਕ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਰਾਤ ਭਰ ਤੜਫਦੇ ਦਮ ਤੋੜ ਗਏ। ਪਾਣੀ ਪਿਲਾਉਣ ਵਾਲੇ ਲੜਕੇ ਊਧਮ ਸਿੰਘ ਨੇ ਜ਼ਖਮੀ ਹੋ ਕੇ ਲਾਸ਼ਾਂ ਦੇ ਢੇਰ ਹੇਠ ਲੁਕ ਕੇ ਅਤੇ ਫਿਰ ਇੱਕ ਦਰਖਤ ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਇਕੱਠ ਸ਼ਾਂਤੀਮਈ ਅਤੇ ਨਿਹੱਥਾ ਸੀ। ਬਹੁਤ ਸਾਰੇ ਲੋਕਾਂ ਦੀਆਂ ਬਾਹਾਂ ਵਿੱਚ ਬੱਚੇ ਸਨ। ਅਖੌਤੀ ਸੱਭਿਅਕ ਲੋਕਾਂ ਦਾ ਪਤਾ ਨਹੀਂ ਕਿਹੋ ਜਿਹਾ ਧੋਖਾ ਸੀ। ਇਸ 10 ਮਿੰਟ ਦੀ ਗੋਲੀਬਾਰੀ ਵਿੱਚ ਹਜ਼ਾਰਾਂ ਲੋਕ ਮਾਰ ਦਿੱਤੇ ਗਏ। ਜਨਰਲ ਡਾਇਰ ਨੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਜਨਰਲ ਡਾਇਰ ਅਤੇ ਉਹ ਡਾਇਰ ਨੇ ਸ਼ਾਇਦ ਇਸ ਇਨਕਲਾਬ ਨੂੰ ਬਹੁਤ ਵੱਡਾ ਸਮਝ ਲਿਆ ਸੀ, ਜਿਸ ਦਾ ਇੰਤਕਾਮ ਇਹ ਕਤਲੇਆਮ ਸੀ।